सतनाम श्री वाहिगुरु साहिब जियो। जो तो चलाए तिव चलह स्वामी, होर क्या जाना गुण तेरे। सतगुरु गुरु अमरदास पातशाह कहते, हे स्वामी, हे मेरे मालक, हे वाहिगुरु, जिमें तू चलाउना है ਅਸੀਂ ਉਸ ਤਰ੍ਹਾਂ ਹੀ ਚੱਲਦੇ ਹਾਂ। ਨਹੀਂ ਕਿਹਾ ਕਿ ਅਸੀਂ ਚੱਲਦੇ ਹਾਂ। ਇਹ ਸਾਰਾ ਕੁਝ ਜੋ ਸਤਿਗੁਰੂ ਜੀ ਕਹਿ ਰਹੇ ਨੇ ਨਾ, ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਢਾਲਿਆ। ਪਹਿਲਾਂ ਆਪ ਗੁਰੂ ਦੀ ਆਗਿਆ ਵਿੱਚ ਚੱਲੇ ਨੇ। 72 ਸਾਲ ਦੀ ਉਮਰ, ਗਾਗਰ ਚੁੱਕੀ ਹੋਈ ਹੈ ਸਿਰ ਤੇ, ਔਰ ਜਿੱਥੇ ਗਾਗਰ ਢੋ ਰਹੇ ਨੇ ਉਹ ਰਿਸ਼ਤੇ ਦੇ ਵਿੱਚ ਕੁੜਮ ਲੱਗਦੇ ਨੇ। ਭਤੀਜਾ ਵਿਆਹਿਆ ਹੋਇਆ ਉਸ ਘਰ ਦੇ ਵਿੱਚ ਸਤਿਗੁਰਾਂ ਨੇ ਬਾਬਾ ਅਮਰਦਾਸ ਜੀ ਦਾ। ਪਾਣੀ ਦੀ ਗਾਗਰ ਭਰ ਕੇ ਲੈ ਕੇ ਆਉਂਦੇ ਨੇ, ਸਤਿਗੁਰਾਂ ਨੂੰ ਇਸ਼ਨਾਨ ਕਰਾਉਂਦੇ ਨੇ। ਕਿਸੇ ਨਾਲ ਗੱਲ ਨਹੀਂ ਕਰਦੇ, ਇਕਾਂਤ ਵਿੱਚ ਬੈਠ ਜਾਂਦੇ ਨੇ। ਗੁਰੂ ਦਾ ਜਸ, ਗੁਰੂ ਦੀ ਵਡਿਆਈ, ਔਰ ਜਦੋਂ ਤੁਰਦੇ ਨੇ ਗੁਰੂ ਵੱਲ ਪਿੱਠ ਨਹੀਂ ਕਰਦੇ, ਪਿੱਛੇ ਪਿੱਛੇ ਨੂੰ ਤੁਰੀ ਜਾਂਦੇ ਨੇ। ਮੁਖ ਗੁਰੂ ਵੱਲ, ਜਦੋਂ ਗਾਗਰ ਭਰਨ ਜਾਂਦੇ ਨੇ ਮੂੰਹ ਗੁਰੂ ਵੱਲ ਕਰਕੇ ਪਿੱਛੇ ਤੁਰਦੇ ਨੇ। ਜਦੋਂ ਉਥੋਂ ਗਾਗਰ ਭਰ ਕੇ ਇਸ਼ਨਾਨ ਕਰਕੇ ਲੈ ਕੇ ਆਉਂਦੇ ਨੇ, ਉਦੋਂ ਵੀ ਗੁਰੂ ਗੁਰੂ ਜਪਦੇ ਆਉਂਦੇ ਨੇ। ਸੁਣਿਆ ਨਾ ਤੁਸੀਂ ਇਤਿਹਾਸ, ਚੱਲ ਰਹੀ ਹੈ, ਵਿਚਾਰੋ। ਜਦੋਂ ਜਲਾਹਿਆਂ ਦੀ ਖੱਡੀ ਦੇ ਕਿਲੇ ਦੇ ਨਾਲ ਪੈਰ ਵੱਜਦਾ, ਬਾਬਾ ਅਮਰਦਾਸ ਜੀ ਦਾ ਕੁੱਬਲ ਵਿੱਚ ਡਿੱਗ ਜਾਂਦੇ ਨੇ। ਮੀਂਹ ਬਹੁਤ ਪਿਆ, ਬਾਰਿਸ਼ ਹੈ, ਪਾਣੀ ਖੜਾ ਸੀ। ਰਸਤੇ ਦਾ ਪਤਾ ਨਹੀਂ ਲੱਗਿਆ, ਕਿੰਨਾ ਹੁਕਮ ਵਿੱਚ ਚੱਲੇ ਨੇ ਆਪ ਸਤਿਗੁਰੂ। ਇਹ ਨਹੀਂ ਕਿਹਾ ਕਿ ਮੈਂ ਕਰਦਾ, ਮੈਂ ਇਸ਼ਨਾਨ ਕਰਾਉਂਦਾ। 12 ਸਾਲ ਪਾਣੀ ਢੋਇਆ, ਔਰ ਸਤਿਗੁਰੂ ਜੀ ਹਰ ਸਾਲ ਬਾਅਦ ਕੀ ਦਿੰਦੇ ਨੇ? ਇੱਕ ਸਰੋਪਾ ਦਿੰਦੇ ਨੇ, ਔਰ ਸਿਰ ਤੇ ਬੰਨ ਲੈਂਦੇ ਨੇ। ਮੇਰੇ ਗੁਰੂ ਦੀ ਬਖਸ਼ਿਸ਼ ਹੈ। ਉੱਤੇ ਪਾਣੀ ਪਈ ਜਾਂਦਾ, ਗਿੱਲਾ ਹੋਈ ਜਾਂਦਾ, ਖੁੱਲ ਨਾ ਜਾਏ, ਉੱਤੋਂ ਦੀ ਰੱਸੀ ਬੰਨ ਲਈ। ਸਾਲ ਭਰ ਪਾਣੀ ਗਾਗਰ ਢਾਉਂਦੇ ਨੇ, ਉਹਦੇ ਬਦਲੇ ਮਿਲਦਾ ਗੁਰੂ ਦੀ ਘਰ ਦੇ ਵਿੱਚੋਂ ਸਰੋਪਾ, ਬਖਸ਼ਿਸ਼। ਸਿਰ ਤੇ ਬੰਨ ਲਿਆ, ਮੇਰੇ ਗੁਰੂ ਦੀ ਬਖਸ਼ਿਸ਼ ਹੈ। ਗਾਗਰ ਢਾਉਂਦੇ ਨੇ, ਇਸ਼ਨਾਨ ਕਰਾਉਂਦੇ ਨੇ। ਜਿਸ ਦਿਨ ਡਿੱਗ ਪਏ, ਔਰ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਛਿਆ, ਅਮਰਦਾਸ ਕੀ ਹੋਇਆ? ਸਾਹਮਣੇ ਉਹ ਜਲਾਹੀ ਖੜੀ ਹੈ, ਜਿਹੜੀ ਕਹਿੰਦੀ ਸੀ ਅਮਰੂ ਨਿਥਾਵਾਂ। ਕੁੜਮਾਂ ਦੇ ਘਰ ਪਾਣੀ ਢਾਉਂਦਾ, ਨਿਥਾਵਾਂ ਕਿਹਾ ਨਾ। ਜਦੋਂ ਕੁੜਮਾਂ ਦੇ ਘਰ ਪਾਣੀ ਢਾਉਂਦਾ, ਉਦੋਂ ਕੁਝ ਨਹੀਂ ਆਖਿਆ। ਅਮਰੂ ਆਖਿਆ, ਕੁਝ ਨਹੀਂ ਆਖਿਆ। ਜਦੋਂ ਉਹਨੇ ਕਿਹਾ ਨਿਥਾਵਾਂ, ਇੱਧਰ ਉੱਧਰ ਭਟਕਦਾ ਰਹਿੰਦਾ, ਉਦੋਂ ਕਹਿ ਦਿੱਤਾ, ਝੱਲੀਏ, ਨਿਥਾਵਾਂ ਮੈਂ ਨਹੀਂ, ਮੈਂ ਤਾਂ ਗੁਰੂ ਦੇ ਦਰ ਤੇ ਆ ਕੇ ਥਾਂ ਵਾਲਾ ਹੋ ਗਿਆ। ਤੂੰ ਝੱਲੀਆਂ, ਤੈਨੂੰ ਪਤਾ ਨਹੀਂ, ਗੁਰੂ ਦੇ ਪ੍ਰਤਾਪ ਦਾ ਨਹੀਂ ਪਤਾ। ਸੁਭਾਵਕ ਬਚਨ ਕੀਤਾ, ਸੇਵਾ ਕਰ ਕਰਕੇ ਰਸਨਾ ਤੇ ਸਿੱਧੀਆਂ ਰਿੱਧੀਆਂ ਸਿੱਧੀਆਂ ਵਰਤਣ ਲੱਗ ਪਈਆਂ। ਉਹ ਜਲਾਹੀ ਉਸੇ ਟਾਈਮ ਝੱਲੀ ਹੋ ਕੇ ਦੌੜਨ ਲੱਗ ਪਈ। ਉਹਦੇ ਘਰ ਵਾਲਾ ਜਲਾਹਾ ਲੈ ਕੇ ਆਇਆ, ਗੁਰੂ ਦੇ ਚਰਨਾਂ ਵਿੱਚ ਦਰਬਾਰ ਸਜਿਆ। ਬਾਬਾ ਅਮਰਦਾਸ ਜੀ ਨੂੰ ਬੁਲਾਇਆ। ਜਲਾਹੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਤੁਹਾਡੇ ਸਿੱਖ ਦੀ ਗਲਤੀ ਨਹੀਂ, ਗਲਤੀ ਮੇਰੇ ਘਰ ਵਾਲੀ ਕੋਲੋਂ ਹੋਈ ਹੈ। ਇਹਨੇ ਦੁਰਬਾਕ ਬੋਲੇ ਨੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਦੇ ਨੇ, ਅਮਰਦਾਸ ਕੀ ਹੋਇਆ ਸਵੇਰੇ? ਬਾਬਾ ਅਮਰਦਾਸ ਜੀ ਨੇ ਸਿਰ ਝੁਕਾਇਆ। ਕਿਤੇ ਕੋਈ ਸਾਡੇ ਵਰਗਾ ਸਿੱਖ ਹੁੰਦਾ ਨਾ, ਉਹਨੂੰ ਕੋਈ ਇਹ ਗੱਲ ਪੁੱਛਦਾ, ਉਹਨੇ ਕਹਿਣਾ ਸੀ, ਮਹਾਰਾਜ ਕੀ ਹੋ ਗਿਆ? ਜੇ ਮੈਨੂੰ ਕੁਝ ਕਹਿਤਾ, 12 ਸਾਲ ਹੋ ਗਏ ਮੈਨੂੰ ਗਾਗਰ ਢਾਉਂਦੇ ਨੂੰ, ਮੈਂ ਇੰਨਾ ਕੰਮ ਕੀਤਾ, ਇੰਨੀ ਸੇਵਾ ਕੀਤੀ, ਇੰਨੀਆਂ ਰੋਟੀਆਂ ਪਕਾਈਆਂ, ਮੈਂ ਰੋਜ਼ ਭਾਂਡੇ ਮਾਂਜਦਾ, ਝਾੜੂ ਮਾਰਦਾ। ਸਾਡੇ ਵਰਗਿਆਂ ਨੇ 100 ਕੰਮ ਗਣਾ ਦੇਣਾ ਸੀ। ਬਾਬਾ ਅਮਰਦਾਸ ਜੀ ਨੇ ਸਿਰ ਝੁਕਾਇਆ, ਕੁਝ ਨਹੀਂ ਬੋਲੇ। ਰਸਨਾ ਤੋਂ, ਨੇਤਰਾਂ ਤੋਂ ਪਾਣੀ ਵਗ ਰਿਹਾ। ਦੂਸਰੀ ਵਾਰ ਫਿਰ ਪੁੱਛਿਆ, ਅਮਰਦਾਸ ਤੈਨੂੰ ਪੁੱਛ ਰਿਹਾ ਕੀ ਹੋਇਆ ਅੱਜ ਸਵੇਰੇ? ਬਾਬਾ ਅਮਰਦਾਸ ਜੀ ਫਿਰ ਨਹੀਂ ਬੋਲੇ। ਹੁਣ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਿੰਘਾਸਨ ਤੋਂ ਉੱਠੇ, ਉੱਠ ਕੇ ਮੋਢੇ ਉੱਤੇ ਹੱਥ ਰੱਖਿਆ ਬਾਬੇ ਅਮਰਦਾਸ ਦੇ। ਅਮਰਦਾਸ, ਮੈਂ ਤੈਨੂੰ ਪੁੱਛ ਰਿਹਾ, ਦੱਸ ਅੱਜ ਸਵੇਰੇ ਕੀ ਹੋਇਆ? ਨੇਤਰਾਂ ਵਿੱਚ ਜਲ ਸੀ। ਚਰਨ ਫੜ ਲੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਸੱਚੇ ਪਾਤਸ਼ਾਹ, ਅੱਜ ਮੈਂ ਸੱਚਮੁੱਚ ਬੁੱਢਾ ਹੋ ਗਿਆ। ਸਤਿਗੁਰੂ, ਮੈਂ ਹੁਣ ਸੇਵਾ ਦੇ ਵੀ ਕਾਬਲ ਨਹੀਂ ਰਿਹਾ। ਸਤਿਗੁਰੂ ਜੀ, ਅੱਜ ਮੈਂ ਡਿੱਗ ਪਿਆ। ਜਦੋਂ ਇੰਨੇ ਬਚਨ ਆਖੀ ਨਾ, ਮੈਂ ਅੱਜ ਡਿੱਗ ਪਿਆ।
ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਮੈਂ ਤਾਂ 12 ਸਾਲ ਦਾ ਉਡੀਕ ਰਿਹਾ, ਤੂੰ ਕਦੋਂ ਡਿੱਗੇ? ਤੂੰ ਡਿੱਗੇ ਮੈਂ ਤੈਨੂੰ ਚੁੱਕ ਕੇ ਸਿੰਘਾਸਨ ਤੇ ਬਿਠਾਵਾਂ। ਮੈਂ ਤਾਂ ਉਡੀਕਦਾ ਸੀ ਤੂੰ ਕਿਹੜੇ ਦਿਨ ਡਿੱਗੇਗਾ, ਤੈਨੂੰ ਚੁੱਕ ਕੇ ਸਿੰਘਾਸਨ ਤੇ ਬਿਠਾਵਾਂ। ਸਿੰਘਾਸਨ ਦੇ ਉੱਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਰੱਖ ਕੇ ਸੰਗਤਾਂ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਨੇ ਆਖਿਆ ਤੁਸੀਂ ਨਿਥਾਵਾਂ ਕਹਿੰਦੇ ਹੋ। ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਜਲਾਹੀ ਨੂੰ ਵੀ ਕਹਿੰਦੇ ਨੇ ਤੂੰ ਵੀ ਬੋਲ। ਸੰਗਤਾਂ ਨੂੰ ਆਖਿਆ ਤੁਸੀਂ ਵੀ ਸਾਰੇ ਬੋਲੋ। ਆਖੋ ਗੁਰੂ ਨਿਥਾਵਿਆਂ ਦਾ ਥਾਂ, ਨਿਮਾਣਿਆਂ ਦਾ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤਾਣਿਆਂ ਦਾ ਤਾਣ। ਪਤਾ ਨਹੀਂ ਕਿੰਨੇ ਕੁ ਵਰ ਦੇ ਦਿੱਤੇ ਗੁਰੂ ਅਮਰਦਾਸ ਪਾਤਸ਼ਾਹ। ਔਰ ਇੰਨਾ ਕੁਝ ਕਰਕੇ, ਇੰਨੀ ਸੇਵਾ ਕਰਕੇ, ਇਹ ਦਾਤਾਂ ਪ੍ਰਾਪਤ ਕਰਕੇ ਫਿਰ ਵੀ ਕੀ ਕਹਿ ਰਹੇ ਨੇ? ਹੇ ਵਾਹਿਗੁਰੂ, ਜਿਉਂ ਤੂੰ ਚਲਾਏ, ਜਿਵੇਂ ਤੂੰ ਚਲਾਉਣਾ ਸੁਆਮੀ, ਮੇਰੇ ਵਿੱਚ ਕਿੱਥੇ ਸਮਰੱਥਾ ਮੈਂ ਤੁਰ ਸਕਾਂ, ਮੇਰੇ ਵਿੱਚ ਕਿੱਥੇ ਬਲ ਹੈ ਮੈਂ ਕੁਝ ਕਰ ਸਕਾਂ। ਇਹ ਤਾਂ ਤੇਰੀ ਕਿਰਪਾ ਹੈ। ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ। ਹੇ ਸੁਆਮੀ, ਹੇ ਵਾਹਿਗੁਰੂ, ਤੂੰ ਜਿਵੇਂ ਚਲਾਉਣਾ, ਜਿਵੇਂ ਤੇਰੀ ਕਿਰਪਾ ਹੁੰਦੀ ਹੈ। ਅਸੀਂ ਤਾਂ ਕਹਿੰਦੇ ਨਾ ਮੈਂ ਚਲਾਉਣਾ, ਜੇ ਮੈਂ ਨਾ ਹੋਵੇ ਪਰਿਵਾਰ ਨਹੀਂ ਚੱਲਣਾ, ਜੇ ਮੈਂ ਨਾ ਹੋਵਾਂ ਗੁਰਦੁਆਰਾ ਨਹੀਂ ਚੱਲਣਾ, ਜੇ ਮੈਂ ਨਾ ਹੋਵਾਂ ਤਾਂ ਪਿੰਡ ਦੇ ਕੰਮ ਨਹੀਂ ਹੋਣੇ। ਮੈਂ ਪੰਚਾਇਤ ਚ ਆਇਆ ਤਾਂ ਮੈਂ ਆਹ ਕਰਦਾ, ਮੈਂ ਐਮਐਲਏ ਬਣਿਆ ਤਾਂ ਆਹ ਕੁਝ ਬਣ ਗਿਆ। ਸਾਡੇ ਤਾਂ ਮੈਂ ਦੋ ਚੀਜ਼ਾਂ ਹੁੰਦੀਆਂ ਸੀ ਪੁਰਾਤਨ ਸਮੇਂ ਦੇ ਵਿੱਚ। ਰਾਜੇ ਮਹਾਰਾਜੇ ਆਪਣੇ ਕੋਲੇ ਮੈਨਾ ਰੱਖਦੇ ਸੀ। ਇੱਕ ਤੋਤਾ ਹੁੰਦਾ, ਇੱਕ ਮੈਨਾ ਹੁੰਦੀ ਹੈ। ਉਹ ਰਾਜੇ ਮਹਾਰਾਜੇ ਆਪਣੇ ਕੋਲ ਮੈਨਾ ਰੱਖਦੇ ਨੇ, ਔਰ ਇੱਕ ਆਪਣੇ ਘਰਾਂ ਦੇ ਵਿੱਚ ਦੇਖਦੇ ਆ ਬੱਕਰਾ ਹੁੰਦਾ, ਬੱਕਰਾ ਜਾਂ ਬੱਕਰੀ ਕੁਝ ਵੀ ਲਾ ਲਓ। ਭਾਈ ਗੁਰਦਾਸ ਜੀ ਨੇ ਬਹੁਤ ਸੋਹਣਾ ਪ੍ਰਮਾਣ ਦੇ ਕੇ ਸਮਝਾਇਆ ਹੈ। ਮੈਣਾ ਜਿਹੜੀ ਹੈ ਉਹ ਰਾਜਿਆਂ ਮਹਾਰਾਜਿਆਂ ਦੇ ਕੋਲ ਸਿੰਘਾਸਨ ਤੇ ਉਹਨਾਂ ਦੇ ਨੇੜੇ ਬੈਠਦੀ ਹੈ। ਬੱਕਰਾ ਜਿਹੜਾ ਇੱਜੜ ਦੇ ਵਿੱਚ ਫਿਰਦਾ ਹੈ, ਉਹਨਾਂ ਦੇ ਤਵੇਲਿਆਂ ਦੇ ਵਿੱਚ ਜਿੱਥੇ ਹੋਰ ਜਾਨਵਰ ਬੰਨੇ ਨੇ ਉੱਥੇ ਬੰਨਿਆ ਹੁੰਦਾ ਹੈ। ਫਿਰ ਉਹਨੂੰ ਵੱਢ ਕੇ ਉਹਨਾਂ ਨੇ ਬਣਾਇਆ, ਸਬਜ਼ੀ ਬਣਾਈ, ਰਾਜਿਆਂ ਨੇ ਖਾਧਾ, ਭੋਜਨ ਬਣਾ ਕੇ ਚਿੱਤ ਕੇ ਖਾ ਲਿਆ। ਖੱਲ ਲਾ ਕੇ ਕਿਧਰੇ ਸੁੱਟਤੀ, ਹੱਡੀਆਂ ਕਿਸੇ ਪਾਸੇ ਸੁੱਟ ਦਿੱਤੀਆਂ। ਕਿਸੇ ਸੱਜਣ ਨੇ ਪੁੱਛਿਆ ਇਹਦਾ ਇਹ ਹਾਲ ਕਿਉਂ ਹੋਇਆ? ਹੈ ਤੇ ਉਹ ਵੀ ਜੀਵ, ਇੱਕ ਨੂੰ ਸਿੰਘਾਸਨ ਦੇ ਉੱਤੇ ਰਾਜੇ ਦੇ ਕੋਲ ਬਿਠਾ ਦਿੱਤਾ ਤੇ ਇੱਕ ਦੁੱਖ ਭੋਗਦਾ, ਵੱਢ ਕੇ ਭੋਜਨ ਬਣਾ ਲਿਆ ਰਾਜੇ ਨੇ। ਕਾਰਨ ਕੀ? ਦੁੰਨੇ ਤਾਂ ਜਾਨਵਰ, ਇੱਕ ਪੰਛੀ ਇੱਕ ਜਾਨਵਰ ਹੈ, ਉਹਦੇ ਦਰਬਾਰ ਦੇ ਵਿੱਚ ਨੇ, ਦੁੰਨਾਂ ਦੇ ਵਿੱਚ ਜਿੰਦ ਹੈ। ਇੱਕ ਨੂੰ ਇਹ ਸਜ਼ਾ ਮਿਲੀ ਕਿ ਕੱਟ ਕੇ ਭੋਜਨ ਬਣਾ ਕੇ ਉਹਦੀਆਂ ਹੱਡੀਆਂ ਕਿਸੇ ਪਾਸੇ ਸੁੱਟ ਦਿੱਤੀਆਂ, ਖੱਲ ਕਿਸੇ ਪਾਸੇ ਸੁੱਟ ਦਿੱਤੀ, ਤੇ ਇੱਕ ਨੂੰ ਰਾਜੇ ਨੇ ਆਪਣੇ ਮੋਢੇ ਤੇ ਬਿਠਾਇਆ, ਤਖਤ ਦੇ ਉੱਤੇ ਕੋਲ ਬਿਠਾਇਆ। ਕਿਉਂਕਿ ਰਾਜੇ ਮੈਨਾ ਨੂੰ ਤਾਂ ਆਪਣੇ ਕੋਲ ਰੱਖਦੇ ਸੀ, ਰਾਜੇ ਦਾ ਜਦੋਂ ਭੋਜਨ ਆਉਣਾ ਨਾ, ਜੇ ਉਹਦੇ ਭੋਜਨ ਦੇ ਵਿੱਚ ਕੁਝ ਮਿਲਾਵਟ ਹੁੰਦੀ ਤਾਂ ਉਹ ਮੈਨਾ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਸੀ। ਜੇ ਖਾਣੇ ਵਿੱਚ ਜ਼ਹਿਰ ਮਿਲਿਆ ਹੋਵੇ ਨਾ, ਕੋਈ ਚੀਜ਼ ਮਿਲੀ ਹੋਵੇ, ਜ਼ਹਿਰ ਨੂੰ ਵੇਖ ਕੇ ਮੈਨਾ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ। ਪਤਾ ਲੱਗ ਜਾਂਦਾ ਸੀ ਕਿ ਰਾਜਿਆਂ ਦੇ ਖਾਣੇ ਵਿੱਚ ਕੁਝ ਮਿਲਿਆ ਹੋਇਆ ਹੈ। ਇਸ ਲਈ ਖਾਸ ਕਰਕੇ ਰਾਜੇ ਉਹਨਾਂ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਸੀ, ਉਹਨਾਂ ਨੂੰ ਆਪਣੇ ਕੋਲ। ਉਹਨੇ ਤੂੰ ਕਰਨਾ। ਉਹ ਕਹਿੰਦੇ ਇਹ ਹਾਲ ਕਿਉਂ ਹੋਇਆ? ਉਹ ਵੀ ਜੀਵ ਹੈ, ਉਹਦੇ ਵਿੱਚ ਵੀ ਪਰਮਾਤਮਾ ਵਸਦਾ। ਇੱਕ ਨੂੰ ਵੱਢ ਕੇ ਖਾ ਲਿਆ, ਇੱਕ ਨੂੰ ਆਪਣੇ ਕੋਲ ਸਿੰਘਾਸਨ ਤੇ ਬਿਠਾਇਆ। ਹੈ ਤੇ ਦੋਨੋਂ ਜੀਵ, ਫਰਕ ਕੀ ਹੈ? ਵਿਦਵਾਨ ਸੱਜਣ ਨੇ ਕਿਹਾ ਇਹਦੇ 'ਚ ਫਰਕ ਇਹ ਹੈ, ਬੱਕਰੇ ਨੂੰ ਤਾਂ ਵੱਢਿਆ, ਉਹਨੂੰ ਤਾਂ ਸਜ਼ਾ ਮਿਲੀ, ਉਹ ਮੈਂ ਕਰਦਾ ਸਾਡੀ ਤਰ੍ਹਾਂ, ਜਿਵੇਂ ਅਸੀਂ ਕਹਿੰਦੇ ਹਾਂ ਨਾ ਮੈਂ ਉਹ ਮੈਂ ਕਰਦਾ ਰਹਿੰਦਾ। ਉਹਦੀ ਮੈਂ ਨੇ ਉਹਦਾ ਆਹ ਹਾਲ ਕਰ ਦਿੱਤਾ। ਔਰ ਮੈਂ ਨਾ ਤੂੰ ਕਰਦੀ ਹੈ, ਉਹ ਭਲਾ ਸੋਚਦੀ ਹੈ, ਉਹ ਮੈਂ ਨਹੀਂ ਕਹਿੰਦੀ। ਇਸ ਕਰਕੇ ਉਹਨੂੰ ਸਿੰਘਾਸਨ ਤੇ ਬਿਠਾਇਆ ਜਾਂਦਾ ਹੈ। ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਕਹਿੰਦੇ ਨੇ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਬ ਦੇਖੋ ਤਦ ਤੂੰ। ਹੁਣ ਜਿੱਧਰ ਦੇਖਾਂ ਤੂੰ ਹੀ ਤੂੰ ਹੈ, ਮੈਂ ਤੇ ਖਤਮ ਹੋ ਗਈ। ਉਹਨਾਂ ਨੂੰ ਸਿੰਘਾਸਨ ਤੇ ਬਿਠਾ ਦਿੰਦਾ ਸਤਿਗੁਰੂ। ਸੱਚੇ ਪਾਤਸ਼ਾਹ ਕੁਝ ਨਹੀਂ ਹੁੰਦਾ ਮੇਰੇ ਕੋਲੋਂ ਤਾਂ, ਹੁਣ ਤੇ ਮੈਂ ਬੁੱਢਾ ਹੋ ਗਿਆ। ਗੁਰੂ ਉਹਨੂੰ ਚੱਕ ਕੇ ਸਿੰਘਾਸਨ ਤੇ ਬਿਠਾ ਦਿੰਦਾ ਜਿਹੜਾ ਤੂੰ ਕਰਦਾ।
ਭਗਤ ਕਬੀਰ ਵਰਗੇ ਉਹ ਕਹਿੰਦੇ ਹੁਣ ਤੇ ਤੂੰ ਹੀ ਤੂੰ ਹੈ, ਮੈਨੂੰ ਤੇ ਪਤਾ ਹੀ ਨਹੀਂ ਮੈਂ ਕਿੱਧਰ ਚਲੀ ਗਈ। ਜੋ ਕੁਝ ਕਰਦਾ ਵਾਹਿਗੁਰੂ ਕਰਦਾ ਹੈ। हे ਪ੍ਰਮਾਤਮਾ ਤੂੰ ਕਰਦਾ ਹੈ, ਤੇਰੀ ਕਿਰਪਾ ਹੈ। ਜਿਨ੍ਹਾਂ ਦੇ ਵਿੱਚ ਤੂੰ ਵਸ ਜਾਂਦੀ ਹੈ ਉਹ ਰੱਬ ਦਾ ਰੂਪ ਹੋ ਜਾਂਦੇ ਨੇ, ਉਸੇ ਦਾ ਰੂਪ ਹੋ ਜਾਂਦੇ ਨੇ। ਜਿਹੜੇ ਮੈਂ ਕਰਦੇ ਨੇ ਉਹਨਾਂ ਦਾ ਹਾਲ ਤੁਸੀਂ ਦੇਖ ਲਓ, ਵੱਢੇ ਜਾਂਦੇ ਨੇ, ਟੁੱਕੇ ਜਾਂਦੇ ਨੇ, ਚਿੱਥੇ ਜਾਂਦੇ ਨੇ, ਖੱਲ ਰੁਲਦੀ ਹੈ, ਹੱਡੀਆਂ ਰੁਲਦੀਆਂ ਨੇ। ਪਾਤਸ਼ਾਹ ਕਹਿੰਦੇ हे ਸੁਆਮੀ, हे ਵਾਹਿਗੁਰੂ, ਜਿਉਂ ਤੂੰ ਚਲਾਏ, ਜਿਵੇਂ ਤੂੰ ਚਲਾਉਣਾ, ਮੇਰੇ ਵੱਸ ਦੀ ਗੱਲ ਕੁਝ ਨਹੀਂ। ਨਾ ਮੈਂ ਬੋਲ ਸਕਦਾ, ਨਾ ਮੈਂ ਤੁਰ ਸਕਦਾ, ਮੇਰੇ ਪੈਰਾਂ ਵਿੱਚ ਤਾਕਤ ਤੁਰਨ ਦੀ ਤੂੰ ਦੇਣ ਵਾਲਾ ਹੈ। ਸੁਣਨ ਦੀ ਸਮਰੱਥਾ ਤੇਰੀ ਦਿੱਤੀ ਹੋਈ ਹੈ। हे ਵਾਹਿਗੁਰੂ, ਜੋ ਕੁਝ ਖਾਣਾ ਉਹ ਰਸ ਵੀ ਤੂੰ ਚੱਖਦਾ ਹੈ, ਤੇਰੇ ਤੋਂ ਬਿਨਾ ਕੁਝ ਵੀ ਨਹੀਂ। ਜਿਉਂ ਤੂੰ ਚਲਾਏ हे ਵਾਹਿਗੁਰੂ, ਜਿਵੇਂ ਤੂੰ ਚਲਾਏ ਤਿਵ ਚੱਲਹਿ ਸੁਆਮੀ। हे ਸੁਆਮੀ, ਅਸੀਂ ਉਸ ਤਰ੍ਹਾਂ ਹੀ ਚੱਲਦੇ ਹਾਂ ਜਿਵੇਂ ਤੂੰ ਚਲਾਉਣਾ। ਅਸੀਂ ਹੋਰ ਤੇਰੇ ਗੁਣ ਕੀ ਜਾਣ ਸਕਦੇ ਹਾਂ? ਸਾਡੀ ਕੀ ਪਾਇਆ ਕਿ ਅਸੀਂ ਤੇਰੇ ਗੁਣ ਜਾਣ ਸਕੀਏ? ਤੂੰ ਕਿੰਨੇ ਗੁਣਾਂ ਦਾ ਮਾਲਕ ਹੈ। ਪਰਮਾਤਮਾ ਦੇ ਵਿੱਚ ਬਹੁਤ ਗੁਣ ਨੇ, ਬੇਅੰਤ ਗੁਣਾਂ ਦਾ ਮਾਲਕ ਹੈ। ਉਹਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ, ਇੰਨੇ ਗੁਣ ਨੇ ਉਹਦੇ ਵਿੱਚ। ਹੈ ਕੋਈ ਜਿਹੜਾ ਉਹਦੇ ਸਾਰੇ ਗੁਣ ਬਿਆਨ ਕਰ ਲੇ? ਸਤਿਗੁਰੂ ਜੀ ਕਹਿੰਦੇ ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਆ ਕੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਮੈਂ ਤਾਂ ਪੱਥਰ ਹਾਂ, ਮੈਨੂੰ ਤਾਰ ਦੇ ਡੁੱਬਦੇ ਨੂੰ, ਤੂੰ ਤਾਂ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਸੁਣਿਆ ਤੇਰਾ ਨਾਮ ਲੈਣ ਵਾਲੇ ਪੱਥਰ ਵੀ ਤਰ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਮੈਂ ਹੋਰ ਤੇਰੇ ਗੁਣ ਕੀ ਬਿਆਨ ਕਰਾਂ, ਮੈਨੂੰ ਨਹੀਂ ਪਤਾ। ਤੂੰ ਜਿਵੇਂ ਚਲਾਉਣਾ ਹੈ, ਤੂੰ ਜਿਵੇਂ ਕਾਰ ਕਰਦਾ ਹੈ, ਹਰ ਇੱਕ ਜੀਵ, ਹਰ ਇੱਕ ਪ੍ਰਾਣੀ ਤੇਰੇ ਹੁਕਮ ਵਿੱਚ ਚੱਲਦਾ ਹੈ, ਤੇਰੀ ਮਰਜ਼ੀ ਅਨੁਸਾਰ ਚੱਲਦਾ ਹੈ। ਜਿਵੇਂ ਤੂੰ ਚਲਾਉਣਾ, ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਮੈਂ ਤਾਂ ਤੇਰੇ ਗੁਣ ਵੀ ਨਹੀਂ ਬਿਆਨ ਕਰ ਸਕਦਾ, ਤੇਰੇ ਗੁਣ ਕੋਈ ਨਹੀਂ ਬਿਆਨ ਕਰ ਸਕਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਹਨ, ਜਬ ਤੋ ਚਲਾਹੇ ਤਿਵੈ ਚੱਲੈ, ਜਿਨਾ ਮਾਰਗ ਪਾਵੇ। हे ਵਾਹਿਗੁਰੂ, ਜਿਵੇਂ ਤੂੰ ਚਲਾਉਣਾ ਉਹ ਵੀ ਕੋਈ ਚੱਲਦਾ, ਉਹੀ ਮੰਜ਼ਿਲ ਤੇ ਪਹੁੰਚਦਾ। ਜਿਵ ਤੂੰ ਚਲਾਏ ਤਿਵੈ ਚੱਲੈ, ਜਿਨ੍ਹਾਂ ਨੂੰ ਤੂੰ ਆਪ ਮਾਰਗ ਦੇ ਉੱਤੇ ਤੋਰ ਲਿਆ, ਜਿਨ੍ਹਾਂ ਦੀ ਆਪ ਬਾਹ ਫੜ ਕੇ ਤੂੰ ਰਸਤਾ ਦੱਸ ਦਿੱਤਾ। ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਦੇ ਨੇ ਮੰਜ਼ਿਲ ਤੇ ਪਹੁੰਚ ਜਾਂਦੇ ਨੇ। ਨਹੀਂ ਤਾਂ ਅਸੀਂ ਤਾਂ ਵੱਖਰੇ ਵੱਖਰੇ ਰਸਤੇ ਬਣਾ ਹੀ ਲਏ ਨੇ, ਆਪਣੇ ਆਪਣੇ ਰਸਤੇ ਬਣਾ ਕੇ ਭਟਕਦੇ ਫਿਰਦੇ ਆ। ਕੋਈ ਇੱਧਰ ਫਿਰਦਾ, ਕੋਈ ਉੱਧਰ ਤੁਰਿਆ ਫਿਰਦਾ। ਗੁਰੂ ਜਿਹੜਾ ਮਾਰਗ ਦੱਸਦੇ ਨੇ, ਸਤਿਗੁਰੂ ਜਿਹੜਾ ਮਾਰਗ ਦੱਸਦੇ ਨੇ, ਸਤਿਗੁਰੂ ਆਪ ਚਲਾਉਂਦੇ ਨੇ। ਅਸੀਂ ਆਪਣੀ ਬਾਹ ਫੜਾ ਦਿੰਦੇ ਆ ਨਾ ਗੁਰੂ ਨੂੰ। ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੀ ਬਾਹ ਫੜ ਕੇ ਸਾਨੂੰ ਤਾਰ ਲੈ। ਔਰ ਗੁਰਬਾਣੀ ਦੇ ਵਿੱਚ ਸਾਨੂੰ ਗੁਰਬਾਣੀ ਨੇ ਬਾਰ-ਬਾਰ ਇੱਕ ਉਪਦੇਸ਼ ਦਿੱਤਾ ਹੈ ਕਿ ਅਸੀਂ ਗੁਰੂ ਦੀ ਬਾਹ ਫੜਨੀ ਨਹੀਂ, ਆਪਣੀ ਬਾਹ ਫੜਾਉਣੀ ਹੈ ਗੁਰੂ ਨੂੰ। ਭਗਤ ਨਾਮਦੇਵ ਜੀ ਨੇ ਬਾਣੀ ਦੇ ਵਿੱਚ ਬਚਨ ਕਿਹਾ ਨਾ, ਮਹਾਰਾਜ ਮੈਂ ਡੁੱਬ ਰਿਹਾ, ਮੈਨੂੰ ਬਾਹ ਦੇ ਕੇ ਬਚਾ ਲੈ, ਮੇਰਾ ਹੱਥ ਫੜ ਲੈ। ਇੱਕ ਵਾਰ ਇੱਕ ਛੋਟੀ ਜੀ ਬੱਚੀ ਆਪਣੇ ਪਿਓ ਦੇ ਨਾਲ ਮੇਲਾ ਦੇਖਣ ਵਾਸਤੇ ਗਈ। ਮੇਲੇ ਵਿੱਚ ਬੜੀ ਭੀੜ ਹੈ, ਧੱਕਾ ਪੈ ਰਿਹਾ ਹੈ। ਪਿਓ ਨੇ ਉਂਗਲ ਫੜਾਈ ਆਪਣੀ ਧੀ ਨੂੰ, ਚੱਲ ਬੇਟਾ ਤੈਨੂੰ ਮੇਲਾ ਦਿਖਾ ਕੇ ਲੈ ਕੇ ਆਵਾਂ। ਜਦੋਂ ਦੇਖਿਆ ਨਾ ਲੜਕੀ ਨੇ ਭੀੜ ਬਹੁਤ ਹੈ, ਬਾਪੂ ਦੀ ਉਂਗਲ ਛੱਡ ਦਿੱਤੀ। ਉਂਗਲ ਛੱਡ ਕੇ ਆਪਣੇ ਬਾਪੂ ਨੂੰ ਕਹਿੰਦੀ, ਬਾਪੂ ਤੂੰ ਮੇਰੀ ਉਂਗਲ ਫੜ, ਤੂੰ ਮੇਰੀ ਬਾਹ ਫੜ। ਮੈਂ ਨਹੀਂ ਤੇਰੀ ਉਂਗਲ ਫੜਨੀ, ਤੂੰ ਫੜ ਮੇਰੀ ਬਾਹ। ਕੋਲ ਖੜੇ ਕੁਝ ਹੋਰ ਬੰਦੇ ਹੱਸਣ ਲੱਗ ਪਏ ਬੱਚੀ ਨੂੰ ਦੇਖ ਕੇ। ਉਹ ਕਹਿੰਦੇ ਧੀਏ ਡਰ ਤੈਨੂੰ ਹੈ, ਕਿਤੇ ਮੈਂ ਮੇਲੇ ਵਿੱਚ ਗਵਾਚ ਨਾ ਜਾਵਾਂ। ਬਾਹ ਤੇ ਤੈਨੂੰ ਫੜਨੀ ਚਾਹੀਦੀ ਹੈ, ਬਾਪੂ ਨੂੰ ਕਿਉਂ ਕਹਿੰਦੀ ਤੂੰ ਮੇਰੀ ਬਾਹ ਫੜ। ਉਹ ਕਹਿਣ ਲੱਗੀ ਤੁਹਾਨੂੰ ਨਹੀਂ ਪਤਾ, ਮੈਨੂੰ ਡਰ ਹੈ ਮੈਂ ਛੁੱਟ ਨਾ ਜਾਵਾਂ, ਗੁੰਮ ਨਾ ਹੋ ਜਾਵਾਂ ਮੇਲੇ ਵਿੱਚ, ਤਾਂ ਮੈਂ ਆਪਣੇ ਬਾਪੂ ਨੂੰ ਕਹਿੰਦੀ ਹਾਂ ਮੇਰੀ ਬਾਹ ਫੜ। ਉਹ ਕਹਿੰਦੇ ਫਿਰ ਤੂੰ ਬਾਹ ਫੜਨਾ, ਆਪਣੇ ਪਿਓ ਦੀ ਉਂਗਲ ਤੂੰ ਫੜ, ਤੂੰ ਬਾਪੂ ਨੂੰ ਕਿਉਂ ਕਹਿ ਰਹੀ ਹੈ ਕਿ ਮੇਰੀ ਬਾਹ ਫੜ ਲੈ। ਉਹ ਕਹਿੰਦੀ ਇਸ ਲਈ ਕਹਿਨੀ ਆ, ਮੇਰੀ ਪਕੜ ਕਮਜ਼ੋਰ ਹੈ, ਥੋੜਾ ਜਿਹਾ ਧੱਕਾ ਵੱਜਣਾ ਹੈ, ਮੇਰਾ ਹੱਥ ਛੁੱਟ ਜਾਣਾ ਹੈ।
पर मेरे बापू दी बांह फड़ी हुई, ओदी पकड़ बड़ी मजबूत है। जे एक बार बांह फड़ ले, मैनू पता मेरा प्यो कुछ भी हो जाए मेरी बांह नहीं छड्डेगा, तो सिर भी दे देंदा, सिर दीजै बांह ना छोड़िए। फड़ी ना बांह गुरु तेग बहादुर साहब जी महाराज ने, सिर दे दिता, बांह नहीं छड्डी। जे मेरा प्यो मेरी बांह फड़ेगा, जिन्ने मर्जी धक्के पई जान, जो मर्जी हो जाए, उन्हें बांह नहीं छड्डनी। मेरी पकड़ कमजोर है, मेरे कोलों बांह छुट जानी है, मेरे कोलों उंगली छुट जानी है। इसलिए मैं अपने बापू नूं कहनी है, बापू तू मेरी बांह फड़ ले। और धन श्री गुरु गोबिंद सिंह जी महाराज कहते ने, सच्चे पातशाह पता नहीं किन्ने क दर ते जाके नक रगड़ के आ गए हाँ, अज तेरे दर ते आ गया, तू मेरी बांह फड़ ले। अपनी बांह फड़ी दी लाज रखी। पढ़ते हैं ना आप, हर रोज सगल द्वार को छाड़ के गयो तुहारो द्वार, बाहें गहे की लाज अस। मेरी बांह फड़ी दी लाज रख ली। गोविंद दास तुहार, मैं तेरा दास हाँ। ओनू बांह फड़ाओ सतगुरु नूं, ओदी बांह बड़ी पकड़ मजबूत पकड़ है ओदी। ਉਹ ਜਦੋਂ ਤੋੜਦਾ ਸਹੀ ਰਸਤੇ ਉੱਤੇ ਤੋੜਦਾ, ਉਹ ਭਟਕਾਉਂਦਾ ਨਹੀਂ, ਉਹ ਭਰਮਾਂ 'ਚ ਨਹੀਂ ਪਾਉਂਦਾ, ਸਾਰੇ ਭੁਲੇਖੇ ਖਤਮ ਕਰ ਦਿੰਦਾ, ਸਾਰੇ ਕਰਮ ਕਾਂਡ ਖਤਮ ਕਰ ਦਿੰਦਾ। ਇੱਕ ਸੌਖਾ ਗੁਰਮੁਖ ਗਾਡੀ ਮਾਰਗ ਦੱਸਦਾ, ਉਸ ਮਾਰਗ ਦੇ ਉੱਤੇ ਚੱਲਣ ਦਾ ਉਪਦੇਸ਼ ਦਿੰਦਾ। ਸਤਿਗੁਰ ਕਹਿੰਦੇ, ਜਿਵ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿਨ੍ਹਾਂ मार्ग पावे। जिन्होंने तू रस्ते ते, जिन्होंने तू मार्ग दस देवे, वो फिर कुराहे नहीं पैंदे। क्योंकि जे किते गलती नालों कुराहे पै भी जावे, तू तां बेसवा दे द्वार तो भी बांह फड़ के मोड़ के ले आउना। भाई जोगा सिंह वर्गिया नूं तोरिया ना सीधे रस्ते ते, सिखा ये रस्ता तेरा नहीं, तेरा लिवास दसदा तू इत्थों दा नहीं, तैनूं तां आनंदपुर साहिब विच होना चाहिए। बांह फड़ के सतगुरु पापां दी अग विचों कढ लैंदा, उथों भी कढ लैंदा, वो सीधे मार्ग ते पा दिंदा है। सतगुरु कहंदे, जिव तो चलाए तिव चलै स्वामी, जिन्ना मार्ग जिव तू चलाए तिवै चलै, जिन्ना मार्ग पावे। जिन्हां नूं तू मार्ग ते तोड़दा, जिन्हां नूं तू रस्ते उत्ते तोड़दा, ओ कुराही नहीं पैंदे। किरपा करके मैनू भी उस रस्ते दे उत्ते बांह फड़ के तोड़ना कर। कर किरपा जन नाम लाहे, से हर हर सदा ते आवहे। वाहिगुरु जिन्हां दे उत्ते किरपा करदे ने, जिन्हां ते मेहर करदे ने, उन्हां नूं की दिंदे ने, उन्हां नूं किहड़ी चीज दिंदे ने? उन्हां नूं फिर अपने नाम दी दात दे दिंदे ने, नाम बख्श दिंदे ने, उन्हां नूं अपना वचन दे दिंदे ने कि इनू सिमर, इनू जप कर किरपा जिन नाम लाए है, उन्होंने नाम दे नाल ला लैंदा से हर हर सदा ध्यावे। ओ हरि दा नाम, ओ वाहिगुरु दा नाम सदा ही सिमरदे ने, सदा ही जपदे ने, और जपदे जपदे हरि दा रूप हो जाते ने। जिन हर जपिया से हर होए, वो हरी हो गए। परमात्मा विच ते उन्हां विच कोई फर्क ही नहीं रहा जिहड़े नाम जपदे ने। है कोई फर्क? संत बाबा अतर सिंह जी महाराज ते परमात्मा च, ਉਹ परमात्मा नूं जप के तू जपदे तू ही हो गए, ਉਹਦਾ ही रूप हो जाते ने, उसे दा ही रूप, कोई फर्क ही नहीं रहिंदा। कबीर जी कहंदे राम राम जपदियां हुण ओ सिंघासन परमात्मा वाला सिंघासन ही प्राप्त हो गया। अब तो जाए चढ़े सिंघासन, मिल है सारंग पाणी, राम कबीरा एक भय है, कोई न सकै पछाणी। कोई पछाण नहीं सकता। जदों खंडे बाटे का अमृत छकाया, पंज प्यारियां नूं लैके 10वें पातशाह आए ना तंबू तो बाहर, उत्थे पहचान ही नहीं जाता सी गुरु गोबिंद सिंह कौन ने ते पंज प्यारियां दे विचों दया सिंह किहड़े ने। इको ही रूप हो गए। और सतगुरु जी ने वचन भी कर दिता, खालसा मेरो रूप है खास, मेरा खास रूप है। और हुण फर्क ही नहीं कोई रह गया, प्रभ मैं मुझ मैं तास मैं, रंचक नाही भेद। सतगुरु जी कहते मेरे विच, परमात्मा विच ते खालसे दे विच कोई फर्क नहीं, इको ही रूप आ। वो अपना ही रूप बना लैंदा है। कर जिहड़ा परमात्मा दा नाम जपदे ने, जिहड़े हरि दा नाम जपदे ने, जिहड़े वाहिगुरू दा नाम जपदे ने, जिहड़े अल्लाह दा नाम जपदे ने, जिहड़े राम राम सिमरदे ने, वो राम दा ही रूप हो जाते हैं। राम कबीरा एक भय है,
राम ते कबीर एक हो गए, हर जन एक, वो हरि दा जन ते हरि एक हो गए। 10वें पातशाह कहते मैं हेमकुंड दी धरती दे उत्ते ये बिद करत तपस्या भइयो। किन्नी देर तपस्या की? जदों तक द्वैत एक रूप होए गए, दो तो एक नहीं हो गए। ਉਹਨੂੰ ਜਪਦਿਆਂ ਉਸੇ ਦਾ ਰੂਪ ਉਹਦਾ ਹੀ ਰੂਪ ਹੋ ਜਾਂਦੇ ਨੇ। ਇਸ ਲਈ ਵਾਹਿਗੁਰੂ ਕਿਰਪਾ ਕਰਕੇ ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ ਨਾਮ ਨਾਲ ਜੋੜਦੇ ਨੇ। ਔਰ ਜਦੋਂ ਰੱਬ ਦਾ ਪਿਆਰਾ ਨਾਮ ਨਾਲ ਜੁੜ ਜਾਂਦਾ ਫਿਰ ਸਦਾ ਗੁਰੂ ਦੇ ਨਾਮ ਨੂੰ ਜਪਦਾ, ਉਹਦਾ ਸਿਮਰਨ ਕਰਦਾ ਹੈ, ਹਰੀ ਦਾ ਭਜਨ ਕਰਦਾ, ਉਹਦੀ ਬੰਦਗੀ ਕਰਦਾ ਹੈ। ਜਿਸ ਤੁਝ ਸੁਣੋ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਥਾ परमात्मा दी हुंदी है, विचार संसार दी हुंदी है। और जिन्हां दे उत्ते गुरु कृपा करदा है, जिन्हां नूं मार्ग दे उत्ते तोरदा है, फिर उन्हां ते होर की कृपा करदा है, उन्हां नूं अपनी कथा नाल जोड़ दिंदा है। जुड़िया ना आपां कथा दे नाल सारे, भावें वो करवा रहे हैं तां भी उही करवा रहे हैं, जे आप जी सुन रहे हो तां भी वो आप ही सुन रहे हैं तुहाडे विच बैठ के। उसे ने सुनाई है ना सानू कथा, होर ते कोई नहीं। जिसनों कथा सुनाए अपनी ही वाहिगुरू जी दे उत्ते तू किरपा करदा, उही तेरी कथा सुनदे ने, उही तेरे दर ते आउंदे ने। कित्थे कोई आ सकदा तेरे दर दे उत्ते? तू मेहर करदा है, तू प्रेरणा दिंदा है। जिसनों कथा सुनाए अपनी, जिन्हों तो अपनी कथा सुना देवें, फिर वो कित्थे आउंदे ने जी? गुरु दे दर ते, गुरुद्वारे जिथे गुरु दा दर है उस दर ते आउंदे ने कथा सुनन वास्ते, गुरु दीयां कथा कहानियां करन वास्ते। सतगुरु जी कहंदे जिसनों कथा सुनाए अपनी, से गुरुद्वारे सुख पावे। इथों फिर सुख मिलदे ने, दातां मिलदियां ने। गुरु दे दर ते आके जदों असीं गुरु दीयां कथा कहानियां विचारां करदे हां, उहनूं सिमरदे हां, क्योंकि विचारां ते असीं बाहर बहुत करदे हां, गल्लां ते बहुत करदे हां। गल्लां तां दुनिया दीयां हुंदियां ने, संसार दीयां हुंदियां ने, कथा परमात्मा दी हुंदी है, वाहिगुरू दी हुंदी है, सत संगत दे विच हुंदी है। सतगुरु जी कहंदे उन्हां नूं तूं अपने दर बख्श दिना अपना, वो तेरे दर ते आ जांदे ने जिन्हां नूं तूं अपनी कथा सुणाउणा है आप किरपा करके। जिसनों कथा सुनाए अपनी, से गुरुद्वारे सुख पावे। वो सुख पाउंदे ने, उन्हां नूं सुखां दीयां दातां, पदार्थां दीयां दातां, हर पदार्थ तूं बख्शदा है। भावें लोक दा सुख होवे ते भावें परलोक दा सुख होवे, ये दुनिया दे सुख भी दिंदा है और परमात्मा किरपा करके उन्हां नूं परलोक दे सुख भी बख्श दिंदा है। उन्हां नूं सुखी कर दिंदा है। किन्हां नूं? जिन्हां दे उत्ते तूं किरपा करके नाम नाल जोड़दा है, जिहड़े तेरा नाम जपदे ने, जिहड़े तेरी कथा सुनदे ने, तेरी विचार तेरे गुणां नाल जुड़दे ने। कथा की है? परमात्मा दे गुण, ओदियां वडियाईयां, ओदी सिफत सलाह। सतगुरु जी कहंदे जिन्हों तू सुना देवें, जिहदे उत्ते तू बख्शिश कर देवें, जिहड़े भागां वाले जीवां नूं प्रेर के तू अपनी कथा नाल जोड़ देवें, से गुरुद्वारे सुख पावे। वो गुरु दे दर दे हो जाते ने और उन्हां नूं तेरे दर तो सुखां दी प्राप्ति हो जाती है। वो आनंद माणदे हन। नानक सच्चे साहिब, जो भावै तिवै चलावहे। साहिब का अर्थ है मालक। सच्चे साहिब नाल सतगुरु जी ने आख्या है, क्योंकि मालक बहुत दुनिया उत्ते हर एक बंदा कहता मैं आ चीज़ का मालक हाँ, कोई कहता घर मेरा मैं इहदा मालक हाँ, कोई भागा वाला ही होएगा जिहड़ा कहता होगा गुरु ने बख्शिया। हर एक बंदा कहता है मेरा घर है, मैं इहदा मालक हाँ, गड्डी मेरी है, मैं इहदा मालक हाँ। जद कि पता है चंद दिनां दे मालक ने, थोड़े दिनां दे मालक ने। एक बार एक फकीर एक बहुत वड्डे महल उहदे सामने पहुंच गया। उत्थे एक राजा टहल रहा, घुमदा फिरदा पार्क दे विच। उहनूं जाके कहंदा मित्रा मैं रात ठहरना है, इस आश्रम दे विच रह सकदा, इस धर्मशाला विच रह सकदा? तां अगे वो राजा जिहड़ा टहलदा फिरदा सी ओह कहंदा संत जी तुहानूं भुलेखा पै गया, ये धर्मशाला नहीं, ये मेरा घर है, ये मेरा महल है, मैं इहदा मालक हाँ। फकीर कहंदा अच्छा तू इहदा मालक है? कहंदा कुछ साल पहला मैं आया सी,
ਉਦੋਂ ਇੱਥੇ ਤੇਰੀ ਤਰ੍ਹਾਂ ਇੱਕ ਹੋਰ ਬੰਦਾ ਘੁੰਮਦਾ ਫਿਰਦਾ ਸੀ। ਉਹ ਕਹਿੰਦਾ ਸੀ ਮੈਂ ਇਹਦਾ ਮਾਲਕ ਹਾਂ, ਇਹ ਮੇਰਾ ਘਰ ਹੈ। ਕਹਿੰਦਾ ਹਾਂ ਜੀ, ਉਦੋਂ ਉਹ ਮੇਰੇ ਪਿਤਾ ਜੀ ਸੀ, ਉਹ ਇੱਥੇ ਘੁੰਮਦੇ ਫਿਰਦੇ ਸੀ। ਉਹਨਾਂ ਦੇ ਚਲਾਣਾ ਕਰਨ ਤੋਂ ਬਾਅਦ ਮੈਂ ਇਹਦਾ ਮਾਲਕ ਬਣ ਗਿਆ, ਪਹਿਲਾਂ ਉਹ ਇਹਦੇ ਮਾਲਕ ਸੀ। ਕਹਿੰਦਾ ਮੈਂ ਉਸ ਤੋਂ ਵੀ ਪਹਿਲਾਂ ਇੱਕ ਵਾਰ ਆਇਆ ਸੀ, ਉਦੋਂ ਇੱਕ ਹੋਰ ਬੰਦਾ ਘੁੰਮਦਾ ਫਿਰਦਾ ਸੀ ਔਰ ਉਹ ਕਹਿੰਦਾ ਸੀ ਮੈਂ ਇਹਦਾ ਮਾਲਕ ਹਾਂ। ਕਹਿੰਦਾ ਜੀ ਉਹ ਮੇਰੇ ਦਾਦਾ ਜੀ ਸੀ, ਉਹ ਇਹਨਾਂ ਦੇ ਮਾਲਕ, ਉਹਨਾਂ ਨੇ ਮਹਿਲ ਬਣਾਇਆ। ਕਹਿੰਦੇ ਫਿਰ ਤੇ ਇਹ ਧਰਮਸ਼ਾਲਾ ਹੀ ਹੋਈ ਨਾ, ਮਾਲਕ ਬਦਲੀ ਜਾਂਦੇ ਨੇ, ਪਹਿਲਾਂ ਤੇਰੇ ਦਾਦਾ ਜੀ, ਫਿਰ ਤੇਰੇ ਪਿਤਾ ਜੀ, ਹੁਣ 4 ਦਿਨ ਤੂੰ ਕੱਟਣਾ, ਤੂੰ ਵੀ ਚਲੇ ਜਾਣਾ। ਇਹ ਧਰਮਸ਼ਾਲਾ ਹੀ ਹੈ, ਇਹ ਸੰਸਾਰ ਜਗਤ ਮੁਸਾਫਰਖਾਨਾ ਹੀ ਹੈ ਨਾ, ਇਸ ਤੋਂ ਵੱਧ ਕਿਤੇ ਕੁਝ ਨਹੀਂ। ਮਾਲਕ ਤੇ ਕੇਵਲ ਇੱਕ ਹੈ, ਉਹ ਪਰਮਾਤਮਾ। ਬਾਕੀ ਸਾਰੇ ਤਾਂ ਮਾਲਕ ਬਦਲਦੇ ਨੇ, ਅੱਜ ਅਸੀਂ ਆ, ਕੱਲ ਨੂੰ ਕੋਈ ਹੋਰ ਹੋਏਗਾ, ਪਰਸੋਂ ਨੂੰ ਕੋਈ ਹੋਰ ਹੋਣਾ, ਉਸ ਤੋਂ ਬਾਅਦ ਉਹਨਾਂ ਦੇ ਬੱਚੇ ਹੋ ਜਾਣੇ ਨੇ, ਉਹਨਾਂ ਨੇ ਮਾਲਕ ਬਣ ਜਾਣਾ, ਉਹ ਕਹਿਣਾ ਅਸੀਂ ਮਾਲਕ ਆ। ਅੱਜ ਅਸੀਂ ਆਪਣੇ ਬਜ਼ੁਰਗਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਘਰਾਂ ਦੇ ਵਿੱਚ, ਗਾਹਾਂ ਸਾਡੀ ਆਉਣ ਵਾਲੀ ਪੀੜ੍ਹੀ ਨੇ ਉਹ ਉਤਾਰ ਦੇਣੀਆਂ ਨੇ, ਸਟੋਰ 'ਚ ਰੱਖ ਦੇਣੀਆਂ ਨੇ, ਪਤਾ ਨਹੀਂ ਰੱਖਣੀਆਂ ਵੀ ਨੇ, ਪਤਾ ਨਹੀਂ ਨਾਮ ਭੁੱਲ ਜਾਂਦੇ ਨੇ ਕਿ ਸਾਡੇ ਦਾਦੇ ਪੜਦਾਦਿਆਂ ਦਾ ਕੀ ਨਾਂ ਸੀ ਜਿਹੜੇ ਇਸ ਘਰ ਦੇ ਮਾਲਕ ਸੀ। ਮਾਲਕਾਂ ਦੇ ਨਾਮ ਦੁਨੀਆ ਤੋਂ ਚਲੇ ਜਾਂਦੇ ਨੇ। ਆਪਾਂ ਦੇਖਦੇ ਹਾਂ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ ਆਪਣੇ ਨਾਂ ਦੇ ਸਕੂਲ ਚਲਾਉਂਦੇ ਨੇ, ਪਰ ਉਦੋਂ ਬਾਅਦ ਜਿਹੜਾ ਦੂਸਰਾ ਰਾਜਾ ਆਉਂਦਾ ਉਹ ਬੋਰਡ ਲਾ ਦਿੰਦਾ, ਆਪਣਾ ਨਾਂ ਲਿਖ ਦਿੰਦਾ। ਇੱਕ ਐਮਐਲਏ ਜਿਹੜਾ ਆਇਆ ਉਹਨੇ ਆਪਣੇ ਨਾਂ ਦੀ ਸੜਕ ਬਣਾ ਦਿੱਤੀ, ਆਪਣਾ ਬੋਰਡ ਲਾ ਦਿੱਤਾ, ਇਹਦਾ ਉਦਘਾਟਨ ਮੈਂ ਕੀਤਾ। ਉਦੋਂ ਬਾਅਦ ਜਿਹੜਾ ਜਿੱਤਦਾ ਫਿਰ ਉਹਦਾ ਨਾਂ ਲਿਖਿਆ ਜਾਂਦਾ ਉੱਥੇ। ਬਦਲਦੇ ਰਹਿੰਦੇ ਨੇ ਮਾਲਕ, ਇਹ ਤੇ ਝੂਠੇ ਮਾਲਕ ਨੇ। ਜਿਹੜਾ ਬਦਲ ਜਾਏ ਉਹ ਝੂਠਾ, ਪਰ ਜਿਹੜਾ ਸਦਾ ਹੀ ਮਾਲਕ ਬਣਿਆ ਹੁੰਦਾ ਹੈ ਉਹ ਤਾਂ ਸੱਚਾ ਮਾਲਕ ਹੋਇਆ, ਉਹਨੂੰ ਸੱਚਾ ਮਾਲਕ ਕਹਿੰਦੇ ਨੇ, ਸੱਚਾ ਸਾਹਿਬ। ਸਤਿਗੁਰੂ ਜੀ ਕਹਿੰਦੇ ਸਾਚੇ ਸਾਹਿਬ ਕਹੈ ਨਾਨਕ ਸੱਚੇ ਸਾਹਿਬ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੇ ਮੇਰੇ ਸੱਚੇ ਮਾਲਕ, ਹੇ ਵਾਹਿਗੁਰੂ, ਤੂੰ ਜਿਵੇਂ ਚਲਾਉਣਾ ਸਾਰਾ ਜੱਗ ਉਵੇਂ ਚੱਲਦਾ। ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਮੈਂ ਚੱਲਦਾ, ਮੈਂ ਚਲਾਉਣਾ, ਮੈਂ ਨਾ ਹੋਵਾਂ ਤੇ ਘਰ ਕਿਵੇਂ ਚੱਲੇ, ਘਰ ਨੂੰ ਮੈਂ ਚਲਾਉਣਾ, ਦੇਸ਼ ਨੂੰ ਮੈਂ ਚਲਾਉਣਾ। ਪਤਾ ਨਹੀਂ ਕਿੰਨੇ ਆਏ ਕਿੰਨੇ ਚਲੇ ਗਏ। ਇਹ ਸੰਸਾਰ ਏਦਾਂ ਹੀ ਚੱਲਦਾ ਰਿਹਾ, ਕਿਉਂਕਿ ਚਲਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਮਾਲਕ ਹੈ। ਸਤਿਗੁਰੂ ਜੀ ਕਹਿੰਦੇ ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਏ। ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਚਲਾਉਣਾ। ਤੇਰੀ ਮਰਜ਼ੀ ਨਾਲ ਸਭ ਕੁਝ ਹੋ ਰਿਹਾ ਹੈ, ਤੇਰੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ। ਸੋ ਆਪਾਂ ਵੀ ਇਹ ਮਨ ਵਿੱਚ ਧਾਰ ਲਈਏ ਕਿ ਜੋ ਕੁਝ ਕਰਦਾ ਹੈ ਵਾਹਿਗੁਰੂ ਕਰਦਾ ਹੈ। ਅਸੀਂ ਕਰਮ ਕਰੀਏ ਪਰ ਆਪ ਕਰਮਾਂ ਤੋਂ ਪਰੇ ਹਟ ਜਾਈਏ ਕਿ ਇਹ ਕਰਮ ਕਰਾਉਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਆਪਾਂ ਤੇ ਅਰਦਾਸ ਕਰੀਏ ਹੈ ਵਾਹਿਗੁਰੂ ਕਰਮ ਨਾ ਜਾਣਾ ਧਰਮ ਨਾ ਜਾਣਾ। ਮੈਨੂੰ ਤੇ ਕੋਈ ਕਰਮ ਧਰਮ ਆਉਂਦਾ ਹੀ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਅਸੀਂ ਕੋਈ ਕਰਮ ਨਹੀਂ ਕਰ ਸਕਦੇ, ਅਸੀਂ ਸਤ ਸੰਗਤ ਨਹੀਂ ਕਰ ਸਕਦੇ, ਅਸੀਂ ਕਥਾ ਨਹੀਂ ਕਰ ਸਕਦੇ, ਅਸੀਂ ਕਥਾ ਨਹੀਂ ਸੁਣ ਸਕਦੇ। ਸੁਣਨਾ ਵੀ ਕਰਮ ਹੈ, ਕਰਨਾ ਵੀ ਕਰਮ ਹੈ, ਤੁਰਨਾ ਵੀ ਕਰਮ ਹੈ। ਜਿਹੜਾ ਅਸੀਂ ਪੈਰਾਂ ਨਾਲ ਤੁਰ ਕੇ ਆਉਂਦੇ ਹਾਂ ਇਹ ਵੀ ਕਰਮ ਹੈ। ਕਰਮ ਅਸੀਂ ਕਰ ਰਹੇ ਹਾਂ ਪਰ ਕਰਵਾ ਕੋਈ ਹੋਰ ਰਿਹਾ ਵਿੱਚ ਬੈਠ ਕੇ। ਹੱਥ ਸਾਡੇ ਨੇ, ਸਾਨੂੰ ਦਿੱਤੇ ਨੇ ਪਰਮਾਤਮਾ ਨੇ, ਪਰ ਕਰਵਾ ਹੱਥਾਂ ਨਾਲ ਕੰਮ ਜਿਹੜੇ ਚੰਗੇ ਮਾੜੇ ਜਿੰਨੇ ਵੀ ਕਰਦੇ ਆ ਉਹ ਅੰਦਰ ਬੈਠਾ ਕੋਈ ਹੋਰ ਕਰਦਾ। ਉਹਦੇ ਅੱਗੇ ਅਰਦਾਸ ਕਰੀਏ ਵਾਹਿਗੁਰੂ ਜਿਵੇਂ ਤੂੰ ਚਲਾਉਣਾ, ਜਿਵੇਂ ਤੂੰ ਕਾਰ ਕਰਦਾ ਉਵੇਂ ਹੁੰਦੀ ਹੈ। ਤੇਰੀ ਮਰਜ਼ੀ ਤੇ ਬਿਨਾਂ ਕੁਝ ਨਹੀਂ ਹੋਣਾ। ਸਮਾਂ ਹੋ ਚੁੱਕੇ ਹੈ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।